ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਡੇਰਾ ਛੱਡ ਕੇ ਤੁਸੀਂ ਪ੍ਰਸ਼ਾਸਨ ਦੇ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਇੱਥੇ ਸਫਾਈ ਸੇਵਕਾਂ ਦੇ ਵਿੱਚ ਕੰਮ ਕਰਦੇ ਹੋ, ਤੁਹਾਨੂੰ ਉਹ ਵਾਲਾ ਕੰਮ ज़्यादा ਵਧੀਆ ਲੱਗਦਾ ਸੀ ਜਾਂ ਇਹ ਵਾਲਾ ਕੰਮ ज़्यादा ਵਧੀਆ ਲੱਗਦਾ? सर नहीं, हमें दोनों काम ही अच्छे लगते हैं। देखो उसमें ये है कि हमारा नाच गाना शौक सब पूरा होता है। यहाँ पे ये है कि हमें मेहनत करनी पड़ती है, लेकिन यहाँ पे हमारे सिर के ऊपर कोई हिटलर नहीं है कि हमें बोलने के लिए कि ये काम करो वो करो। वहाँ पर रह के हमें सुनना भी पड़ता है तो काम भी करना पड़ता है। ਅੱਛਾ, ਡੇਰਿਆਂ ਦੇ ਵਿੱਚ ਇਦਾਂ ਹੁੰਦਾ ਹੈ ਕਿ ਉੱਥੇ ਆਜ਼ਾਦੀ ਸੀਗੀ ਡੇਰਿਆਂ ਦੇ ਵਿੱਚ ਜਾਣ ਦੀ, ਬਾਹਰ ਜਾਣ ਦੀ, ਕਿਤੇ ਜਾਣ ਦੀ ਆਜ਼ਾਦੀ ਦਿੰਦੇ ਸੀ ਡੇਰਿਆਂ? आज़ादी ये नहीं है, जैसे हम बाहर नहीं जा सकते हैं, ऐसे घूम नहीं सकते, जैसे आप खुला घूम रहे हैं ऐसे नहीं घूम सकते हम वहाँ पे। कुछ लोग होते हैं जो सेक्स वर्किंग का काम करते हैं, अगर बाई चांस अगर हम जाते हैं रात बिरात में अगर डेरे से बाहर निकलते हैं तो उससे हमारे डेरे के ऊपर वो होता है, बदनामी डेरे पे लग जाती है। तो बदनामी के डर के मारे हम रात में बाहर अंदर नहीं जा सकते हैं डेरे से। नहीं, आजकल कुछ नखरी किन्नर बन बन के कुछ गंदे काम करते हैं, इसलिए डेरे के ऊपर ज़्यादा वो आती है। तो हम नहीं चाहते कि किसी भी हमारे डेरे के ऊपर कोई आ जाए, कि जैसे हम अपनी फैमिली के साथ रह रहे हैं और हम काम कर रहे हैं, इससे ना तो डेरे वालों को हमारे से कोई दुख है, ना हमें उनसे कोई वो परेशानी है। कि सेल्फ रिस्पेक्ट हर कोई देता है, अगर हम हर किसी को रिस्पेक्ट देते हैं तो हमें जय श्री राम जय माता की हर कोई बोलता है। यानी अब इतनी अच्छी बॉन्डिंग हो गई, कोई भी शोरूम में काम करने वाला हो या शोरूम का मालिक हो, बिना बोले हमारे से जाते नहीं है। ਬੜੀ ਲਗਨ ਦੇ ਨਾਲ ਕੰਮ ਕਰਦੇ ਨੇ, ਬਹੁਤ ਅੱਛਾ ਕੰਮ ਕਰਦੇ ਹੈ। ਇਹਨਾਂ ਦੀ ਕੋਈ ਕੰਪਲੇਂਟ ਅੱਜ ਤੱਕ ਮੈਨੂੰ ਤਾਂ ਆਈ ਨਹੀਂ ਵੀ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕਿਸੇ ਨੂੰ ਤੰਗ ਕੀਤਾ ਹੋਵੇ ਜਾਂ ਕੁਝ ਵੀ ਕੀਤਾ ਹੋਵੇ। ਇਹ ਵਧੀਆ ਕੰਮ ਕਰ ਰਹੇ ਹੈ। ਇਹ ਆਪਣੇ ਕਮਿਸ਼ਨਰ ਮੈਡਮ ਸੀਗੀ ਜੀ, ਅਨੰਤਰ ਮਿੱਤਰਾ ਜੀ ਸੀਗੇ, ਉਹਨਾਂ ਨੇ ਇੱਕ ਉਪਰਾਲਾ ਚਲਾਇਆ। ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਇੱਕ ਬੜੀ ਪਿਆਰੀ ਪਹਿਲ ਕੀਤੀ ਗਈ ਹੈ। ਪਹਿਲ ਇਹ ਹੈ ਕਿ ਟਰਾਂਸਜੈਂਡਰਸ ਨੂੰ ਪਹਿਲੀ ਵਾਰੀ ਚੰਡੀਗੜ੍ਹ ਦੇ ਵਿੱਚ, ਤੁਸੀਂ ਮੇਰੇ ਪਿੱਛੇ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ, ਚੰਡੀਗੜ੍ਹ ਦੇ ਵਿੱਚ ਸਫਾਈ ਸੇਵਕਾਂ ਦੇ ਵਿੱਚ ਇਹਨਾਂ ਨੂੰ ਕੋਟਾ ਦਿੱਤਾ ਗਿਆ ਹੈ। ਇਹ ਉਹੀ ਟਰਾਂਸਜੈਂਡਰ ਨੇ ਜਿਹੜੇ ਤੁਸੀਂ ਦੇਖਿਆ ਹੋਣਾ ਅਕਸਰ ਲੋਕਾਂ ਦੇ ਜਿਹੜੇ ਕੀ ਹੈ ਵਿਆਹ ਸ਼ਾਦੀਆਂ ਦੇ ਵਿੱਚ ਜਾਂ ਜਦੋਂ ਕਿਸੇ ਦੇ ਨਿਆਣਾ ਹੁੰਦਾ ਹੈ ਤਾਂ ਉੱਥੇ ਘਰ ਜਾ ਕੇ ਉਹਨਾਂ ਨੂੰ ਦੁਆਵਾਂ ਦਿੰਦੇ ਨੇ, ਉਹਨਾਂ ਨੂੰ ਵਧਾਈਆਂ ਦਿੰਦੇ ਨੇ। ਅੱਜ ਤੁਸੀਂ ਉਹਨਾਂ ਨੂੰ ਕੰਮ ਕਰਦੇ ਹੋਏ ਵੇਖ ਰਹੇ ਹੋ ਤੇ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਕਿ ਕਿਵੇਂ ਦੀ ਇਹਨਾਂ ਨੂੰ ਚੰਡੀਗੜ੍ਹ ਦੀ ਪਹਿਲ ਲੱਗੀ ਪ੍ਰਸ਼ਾਸਨ ਦੀ ਤੇ ਇਹ ਕੰਮ ਕਰਕੇ ਇਹਨਾਂ ਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ। ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਕੰਮ ਕਰਦੇ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਸਫਾਈ ਸੇਵਕਾਂ ਦੇ ਵਿੱਚ? जय माता दी, जय श्री राधे। सर हमें 6 महीने हो चुके हैं यहाँ पे काम करते हुए भूमिका प्रगति जीवीटी कंपनी में। ये एक्चुअली प्राइवेट कंपनी है जिसमें हम काम कर रहे हैं। तो ये कंपनी को सबसे पहले तो हम धन्यवाद करते हैं कि इस कंपनी ने हमें ट्रांसजेंडरों को भी काम करने का अहदा दिया है कि हम भी काम करके कमा करके खा सकती हैं। ਅੱਛਾ, ਕਿਤੇ ਨਾ ਕਿਤੇ ਪਹਿਲਾਂ ਜਦੋਂ ਤੁਸੀਂ ਜਿਵੇਂ ਲੋਕਾਂ ਦੇ ਵਿਆਹ ਸ਼ਾਦੀਆਂ ਵਿੱਚ ਜਾਂਦੇ ਹੋ ਜਾਂ ਜਦੋਂ ਕਿਸੇ ਦੇ ਬੱਚਾ ਹੁੰਦਾ ਤੁਸੀਂ ਅੱਗੇ ਵਧਾਈਆਂ ਦਿੰਦੇ ਹੋ, ਉੱਥੋਂ ਤੁਹਾਨੂੰ ਸੌਖਾ ਨਹੀਂ ਲੱਗਦਾ ਕਿ ਉੱਥੇ ਜਾ ਕੇ ਈਜ਼ੀਲੀ ਤੁਹਾਨੂੰ ਪੈਸੇ ਮਿਲ ਜਾਂਦੇ ਸੀਗੇ ਤੇ ਹੁਣ ਇੱਥੇ ਤੁਹਾਨੂੰ ਮਿਹਨਤ ਕਰਨੀ ਪੈ ਰਹੀ? ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ? सर देखो, मेहनत तो हमें वहाँ पर भी जाकर करनी पड़ती है। ਜੀ देखो मेहनत तो जहाँ जाता है इंसान वहाँ करनी पड़ती है ਨਹੀਂ, क्योंकि ਫਿਰ ਵੀ ਇੱਕ ਹੁੰਦਾ ਕਿ ਜਿਵੇਂ ਇੱਥੇ ਤੁਸੀਂ ਹੁਣ ਮਿਹਨਤ ਕਰਦੇ ਹੋ ਦੁਪਹਿਰੇ ਜਾਂ ਸ਼ਾਮ ਨੂੰ ਸਾਰਾ ਦਿਨ ਸੜਕਾਂ ਸਾਫ਼ ਕਰਨੀਆਂ ਤੇ ਉਸ ਤੋਂ ਬਾਅਦ ਉੱਥੇ ਈਜ਼ੀ ਮਨੀ ਲੱਗਦੀ ਸੌਖੀ, ਕਿਉਂਕਿ ਉੱਥੇ ਜਾਣਾ ਹੈ, ਤੁਸੀਂ ਜਾਂਦੇ ਹੋ, ਵਧਾਈਆਂ ਦਿੰਦੇ ਹੋ ਤੇ ਉੱਥੋਂ ਕਿੰਨੀ ਸਾਰੀ ਲੱਖਾਂ ਦੀ ਕਮਾਈ ਹੋ ਜਾਂਦੀ ਹੈ। ਇੱਥੇ ਤੁਹਾਨੂੰ ਇੱਕ ਸੈਲਰੀ ਬਣੀ ਹੋਈ ਹੈ, ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ? देखो सर, ये लाखों की कमाई की बात तो ये होती है। देखो हमें तो वहाँ पर जैसे यहाँ पर महीने पे सैलरी मिलती है तो डेरे से भी हमें जैसे महीने पे जैसे होता है कि हमें जितनी कलेक्शन होती है उसमें से कुछ हिस्सा मिलता है हमें, अच्छा ठीक है। यानी जो पूरा प्रॉफिट है वो नहीं मिलता है, अच्छा। उसमें से 50% से 10% हमें मिलता है। ਅੱਛਾ, ਤੇ ਬਾਕੀ ਫਿਰ ਜੋ ਕਮਾਈ ਹੁੰਦੀ ਆ ਉਹ ਡੇਰੇ ਦੇ ਵਿੱਚ ਕੀ ਵੰਡੀ ਜਾਂਦੀ ਆ ਆਪਸ ਦੇ ਵਿੱਚ ਜਾਂ ਕਿਵੇਂ? हाँ जी, वो बांटी जाती है। उसमें जो गुरुजी होते हैं हमारे, गुरुजी का एक्चुअली उसमें से 4 हिस्से गुरुजी के होते हैं, तो एक हिस्सा जो बचता है उस हिस्से में से हम अगर 5 हैं 6 हैं 10 है तो हम सबको डिवाइड किया जाता है। ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਡੇਰਾ ਛੱਡ ਕੇ ਤੁਸੀਂ ਪ੍ਰਸ਼ਾਸਨ ਦੇ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਇੱਥੇ ਸਫਾਈ ਸੇਵਕਾਂ ਦੇ ਵਿੱਚ ਕੰਮ ਕਰਦੇ ਹੋ, ਤੁਹਾਨੂੰ ਉਹ ਵਾਲਾ ਕੰਮ ज़्यादा ਵਧੀਆ ਲੱਗਦਾ ਸੀ ਜਾਂ ਇਹ ਵਾਲਾ ਕੰਮ ज़्यादा ਵਧੀਆ ਲੱਗਦਾ? सर नहीं, हमें दोनों काम ही अच्छे लगते हैं। देखो उसमें ये है कि हमारा नाच गाना शौक सब पूरा होता है। यहाँ पे ये है कि हमें मेहनत करनी पड़ती है, लेकिन यहाँ पे हमारे सिर के ऊपर कोई हिटलर नहीं है कि हमें बोलने के लिए कि ये काम करो वो करो। वहाँ पर रह के हमें सुनना भी पड़ता है तो काम भी करना पड़ता है। ਅੱਛਾ, ਡੇਰਿਆਂ ਦੇ ਵਿੱਚ ਇਦਾਂ ਹੁੰਦਾ ਹੈ ਕਿ ਉੱਥੇ ਆਜ਼ਾਦੀ ਸੀਗੀ ਡੇਰਿਆਂ ਦੇ ਵਿੱਚ ਜਾਣ ਦੀ, ਬਾਹਰ ਜਾਣ ਦੀ, ਕਿਤੇ ਜਾਣ ਦੀ ਆਜ਼ਾਦੀ ਦਿੰਦੇ ਸੀ ਡੇਰਿਆਂ? आज़ादी ये नहीं है, जैसे हम बाहर नहीं जा सकते हैं, ऐसे घूम नहीं सकते, जैसे आप खुला घूम रहे हैं ऐसे नहीं घूम सकते हम वहाँ पे। ਤੇ ਇਹ ਡੇਰਿਆਂ ਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ ਇੰਨੀ ਪਾਬੰਦੀਆਂ ਕਿਉਂ ਲਗਾਈਆਂ ਜਾਂਦੀਆਂ ਡੇਰਿਆਂ ਦੇ ਵਿੱਚ ਕਿ ਤੁਸੀਂ ਬਾਹਰ ਨਹੀਂ ਜਾਣਾ, ਜਦ ਕਿ ਆਜ਼ਾਦੀ ਹੈ, ਤੁਸੀਂ ਜਗ੍ਹਾ ਜਗ੍ਹਾ ਤੇ ਜਾਂਦੇ ਹੋ, ਇਹ ਪਾਬੰਦੀਆਂ ਕਿਉਂ ਹੈ? ये भी हमारी आजकल हमारी गलती हो रही है ना, ये जगह जगह होता है, कोई कहीं पकड़ा जा रहा है गलत काम करते हुए, कोई कहीं पकड़ा जा रहा है, इसलिए डेरे वाले अपना
टाइम से ले जाते हैं बाहर, टाइम से ही लाते हैं। ऐसा कुछ नहीं है कि हमें डेरे में से बाहर निकलने का टाइम नहीं है, हमें आज़ादी नहीं है। हमें डेरे में भी आज़ादी है, हम डेरे में भी बहुत खुश हैं। पता क्या होता है कि कुछ लोग होते हैं जो सेक्स वर्किंग का काम करते हैं। अगर बाई चांस अगर हम जाते हैं रात बिरात में, अगर डेरे से बाहर निकलते हैं तो उससे हमारे डेरे के ऊपर वो होता है, बदनामी डेरे पे लग जाती है। तो बदनामी के डर के मारे हम रात में बाहर अंदर नहीं जा सकते हैं डेरे से। नहीं, आजकल कुछ नखरी किन्नर बन बन के कुछ गंदे काम करते हैं, इसलिए डेरे के ऊपर ज़्यादा वो आती है। तो हम नहीं चाहते कि किसी भी हमारे डेरे के ऊपर कोई आ जाए कि जैसे हम अपनी फैमिली के साथ रह रहे हैं और हम काम कर रहे हैं, इससे ना तो डेरे वालों को हमारे से कोई दुख है, ना हमें उनसे कोई वो परेशानी है। ਅੱਛਾ, ਅਕਸਰ ਆਪਾਂ ਦੇਖਦੇ ਹਾਂ ਚੰਡੀਗੜ੍ਹ ਦੀ ਲਾਈਟ ਪੁਆਇੰਟ ਤੇ ਜਾਂ ਕਿ ਆਪਾਂ ਬਾਹਰ ਵੀ ਚੱਲੀਏ, ਪੰਚਕੂਲਾ ਜਾਂ ਕਿਤੇ ਚਲੇ ਜਾਈਏ, ਉੱਥੇ ਲਾਈਟ ਪੁਆਇੰਟਾਂ ਦੇ ਉੱਤੇ ਜਿਹੜੇ ਕਿੰਨਰ ਖੜੇ ਹੁੰਦੇ ਆ ਉਹ ਪੈਸੇ ਮੰਗਦੇ ਆ। ਉਹਨਾਂ ਨੂੰ ਵੀ ਤੁਹਾਨੂੰ ਲੱਗਦਾ ਨਹੀਂ ਜਾ ਕੇ ਜਾਗਰੂਕ ਕਰਨਾ ਚਾਹੀਦਾ, ਜਾਂ ਉਹ ਫਿਰ ਨਕਲੀ ਕਿੰਨਰ ਬਣ ਕੇ ਉੱਥੇ ਘੁੰਮ ਰਹੇ ਹੁੰਦੇ ਆ? सर देखो, पर्दे की बात है तो पर्दे में रहनी चाहिए, क्योंकि उसमें भी हमारे डेरे से भी कोई लिंक होते हैं, तभी वो रेड लाइट वगैरह पे खड़े होते हैं। नहीं, कोई ज़रूरी नहीं। जिसे हमें तो नौकरी मिल गई, अब उन्हें नौकरी नहीं मिली तो कुछ ना कुछ करके तो खाना ही खाना, चाहे वो लाइट पे मांगो चाहे डेरे में मांगो, कहीं ना कहीं करके तो खाना ही खाना। ਤੇ ਜਿਹੜੇ ਡੇਰੇ ਦੇ ਵਿੱਚ ਫਿਰ ਵੀ ਸੁੱਖ ਸੁਵਿਧਾ ਹੁੰਦੀ ਹੈ, ਤੁਹਾਨੂੰ ਘਰ ਮਿਲਦਾ ਰਹਿਣ ਨੂੰ, ਤੇ ਜਿਹੜੇ ਲਾਈਟਾਂ ਤੇ ਮੰਗਦੇ ਆ ਉਹਨਾਂ ਨੂੰ ਵੀ ਡੇਰੇ ਦੇ ਵਿੱਚ ਜਾਂਦੇ ਹੋ, ਜਾਂ ਉਹਨਾਂ ਦਾ ਇੱਕ ਅਲੱਗ ਕੱਟ ਹੁੰਦਾ? उनकी कोई वो नहीं, वो डेरे पर नहीं जाते, ਉਹ ਫਿਰ ਅਲੱਗ ਰਹਿੰਦੇ? अलग रहते हैं। ਤੇ ਜਿਵੇਂ ਕਿ ਤੁਸੀਂ ਦੱਸਿਆ ਜਿਹੜਾ ਸੈਕਸ ਵਰਕਰ ਦਾ ਜਿਹੜਾ ਕੰਮ ਹੈ ਉਹ ਡੇਰਿਆਂ ਦੇ ਵਿੱਚ ਤਾਂ ਨਹੀਂ ਇਦਾਂ ਦਾ ਕੁਝ ਹੁੰਦਾ? नहीं, हमारे किसी भी डेरे में नहीं है। चंडीगढ़ तो ऑल इंडिया में हमारे किसी भी डेरे में सेक्स वर्किंग का काम नहीं होता है, क्योंकि डेरा हमारा इसलिए होता है, इसीलिए हमें डेरे से बाहर नहीं जाने देता। अच्छा। हाँ, क्योंकि डेरे में कोई इल्ज़ाम आएगा गंदे काम का, इस वजह से बदनामी होती है डेरों वालों की। तो ये गंदे काम डेरों में नहीं होते, सब बाहर ही होते हैं। नकली किन्नर जो होते हैं वे बंद मंदिर होते हैं, हमारे डेरों में मंदिर होते हैं, वहाँ भगवान का नाम लिया जाता है, और हमारे डेरों में ऐसे काम थोड़ी नहीं होएगा। ਅੱਛਾ, ਜਿਹੜੇ ਜਿਵੇਂ ਕਿ ਤੁਸੀਂ ਕਿਹਾ ਨਕਲੀ ਕਿੰਨਰ ਵੀ ਜਿਹੜਾ ਚੰਡੀਗੜ੍ਹ ਦੇ ਵਿੱਚ ਜਾਂ ਹੋਰ ਆਪਾਂ ਥਾਵਾਂ ਤੇ ਘੁੰਮਦੇ ਆ, ਉਹਨਾਂ ਨੂੰ ਤੁਸੀਂ ਕਿਵੇਂ ਫੜਦੇ ਹੋ? ਮਤਲਬ ਉਹਨਾਂ ਨੂੰ ਫੜ ਕੇ ਕੋਈ ਸਜ਼ਾ ਵਗੈਰਾ ਦਿੰਦੇ ਹੋ, ਜਾਂ ਸਿੰਪਲ ਫੜ ਕੇ ਛੱਡ ਦਿੰਦੇ ਹੋ, ਜਾਂ ਕਹਿੰਦੇ ਹੋ ਕਿ ਕਮਾ ਰਿਹਾ ਤਾਂ ਕਮਾਣ ਦਿਓ? ये समझाते हैं, काफ़ी होते हैं कि जिनका मुंडन भी कर देते हैं कि शायद वो मुंडन के बाद सुधर जाए। लेकिन कहते हैं कि जिस कुत्ते की पूंछ अगर 12 साल तक नलके में रखने के बाद सीधी नहीं हुई है तो उन लोगों को आदत पड़ जाती है, वो नहीं सुधर सकते हैं। ਉਹ ਈਜ਼ੀ ਮਤਲਬ ਸੌਖਾ ਤਰੀਕੇ ਨਾਲ ਕਮਾਉਣਾ ਚਾਹੁੰਦੇ ਕਿ ਅਸੀਂ ਈਜ਼ੀ तरीके ਨਾਲ कमा लिए। वो बिल्कुल ईजीली तरीके से उन्हें डेरों में ले जाएंगे तो जैसे बाहर गंद मचा रहे हैं ऐसे डेरों में मचाएंगे, तो इसलिए उसे डेरों में नहीं ले जाते। ਅੱਛਾ, ਹੁਣ ਤੁਸੀਂ ਇੱਥੇ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਬੜਾ ਵਧੀਆ ਉਪਰਾਲਾ ਕੀਤਾ, ਤੁਹਾਨੂੰ ਜੌਬ ਦਿੱਤੀ ਹੈ, ਸੈਲਰੀ ਮਿਲਦੀ ਹੈ ਤੁਹਾਨੂੰ। ਅੱਛਾ, ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਇੱਥੇ ਲੋਕ ਜਿਹੜੇ ਤੁਸੀਂ ਜਦੋਂ ਸੜਕਾਂ ਤੇ ਆਪਣਾ ਕੰਮ ਕਰ ਰਹੇ ਹੁੰਦੇ ਹੋ, ਇੱਥੋਂ ਦੀ ਲੋਕ ਤੁਹਾਨੂੰ ਮਤਲਬ ਹੋਇਆ ਕਦੀ ਇਦਾਂ ਦਾ ਕੋਈ ਛੇੜਛਾੜ ਦਾ ਮਾਮਲਾ ਆਉਂਦਾ ਕਦੀ ਇਦਾਂ ਦਾ? ना हमें तो किसी ने कुछ बंदे ने नहीं छेड़ा। यहाँ पे बहुत रिस्पेक्ट दे रहे हैं, क्योंकि हमने बताया है। पहले दिक्कत हुई 1-2 दिन, लेकिन उसके बाद हमने बता दी कि हम ट्रांसजेंडर हैं, ट्रांस यहाँ पे 9 ट्रांस लगे हुए हैं। ਅੱਛਾ। हाँ जी, और उसके बाद सारे रिस्पेक्टली हमें रिस्पेक्ट देते हैं। ਅੱਛਾ, ਜਿਵੇਂ ਤੁਹਾਡਾ ਏਰੀਆ ਹੁੰਦਾ, ਜਿਵੇਂ ਤੁਹਾਨੂੰ ਮਨੀ ਮਾਜਰੇ ਦਾ ਏਰੀਆ ਦਿੱਤਾ ਹੋਇਆ, ਜਿਹੜੇ ਸ਼ੋਰੂਮ ਵਾਲੇ ਹੋਗੇ ਜਾਂ ਹੋਰ ਜਿਹੜੇ ਲੋਕ ਤੁਹਾਨੂੰ ਡੇਲੀ ਮਿਲਦੇ ਹੋਣੇ, ਉਹ ਤੁਹਾਨੂੰ ਇੱਜ਼ਤ ਦੇ ਨਾਲ ਮਤਲਬ ਬੁਲਾਉਂਦੇ ਤੁਹਾਨੂੰ? हाँ जी, हम इज्जत से बुलाते हैं सभी, कि सेल्फ रिस्पेक्ट हर कोई देता है। अगर हम हर किसी को रिस्पेक्ट देते हैं तो हमें जय श्री राम जय माता की हर कोई बोलता है। यानी अब इतनी अच्छी बॉन्डिंग हो गई, कोई भी शोरूम में काम करने वाला हो या शोरूम का मालिक हो, बिना बोले हमारे से जाते नहीं है। ਅੱਛਾ, ਹੁਣ ਡੇਰੇ ਦੇ ਵਿੱਚ ਕੰਮ ਕਰਨਾ ਵਧੀਆ ਲੱਗਦਾ ਸੀਗਾ ਜਾਂ ਇੱਥੇ ਪ੍ਰਸ਼ਾਸਨ ਦੇ ਵਿੱਚ ਨਾਲ ਕੰਮ? यही काम मुझे अच्छा लगता है, ये काम बहुत अच्छा है। झाड़ू लगाना, डेरे वाला काम तो बेकार है, बेकार है? बेकार है। बेकार क्यों है बाबू? अपना मेहनत करके खाओ। बेकार क्यों है? आज बताऊं, काम मिला है ना हमें, तो काम की कोई वो नहीं है। डेरे से हमारी रोटी है, रोटी थी, रोटी रहेगी, जिंदगी ही डेरे में है, डेरे में से ही जिंदगी रहेगी हमारी। ठीक है, हम किसी भी डेरे को गलत नहीं बोल सकते। आज हम मेहनत कर रहे हैं, खा रहे हैं, कल को अगर कुछ हमारे साथ हो भी जाता है तो हमें डेरे वाले एक्सेप्ट तो करते हैं, रखते हैं। ਅੱਛਾ, ਡੇਰੇ ਦੇ ਵਿੱਚੋਂ ਕਿਉਂ ਕੱਢਿਆ ਜਾਂਦਾ? ਜਿਵੇਂ ਉਹ ਕਹਿ ਰਹੇ ਆ ਕਿ ਆਪਾਂ ਨੂੰ ਇੱਥੇ ਕਮਾਈ ਕਰਨਾ ਵਧੀਆ ਲੱਗਦਾ, ਡੇਰੇ ਦੇ ਵਿੱਚੋਂ ਅਕਸਰ ਕਿਉਂ ਕੱਢਿਆ ਜਾਂਦਾ ਬਾਹਰ? ਅਗਰ ਕੋਈ ਕਿੰਨਰ ਕੋਈ ਗਲਤੀ ਕਰਕੇ ਕੱਢਿਆ ਜਾਂਦਾ ਹੈ, ਜਾਂ ਆਪਣੇ ਕਰਕੇ, ਜਾਂ ਕੁਛ ਇੱਦਾਂ ਦੀ ਕੋਈ ਗੱਲਬਾਤ ਹੋ ਜਾਏ, ਜਾਂ ਕੋਈ ਸੋਚ ਲਵੇ ਕਿ ਅਸੀਂ ਕਿੰਨਰ ਤੋਂ ਸਮਾਜ ਤੋਂ ਭੱਜਣਾ ਹੈ ਜਾਂ ਡੇਰੇ ਤੋਂ ਭੱਜਣਾ ਹੈ, ਜਾਂ ਕੋਈ ਹੋਰ ਕਾਰਨ है ਇਹਦਾ? सर कारण ये जो मैंने आपको पहले बताया है कि जो बाहर होता है, अगर डेरे में होता है, जो अगर डेरे में कोई गलत चीज़ करते हुए पकड़ा जाता है तो ऑफकोर्स उस डेरे से उसका त्याग कर दिया जाता है। जैसे गुरुकुल में से अगर कोई शिष्य खराब निकलता उसका त्याग कर देते थे ना, तो ऐसे आज भी हमारे डेरे की परंपरा यही है कि डेरे में भी अगर कोई नहीं ढंग से रहता है या किसी के कुछ भी है, अगर डेरे में कोई चोरी करके निकलता है उसका भी त्याग कर दिया जाता है। हाँ जी, काम करेगा तो भी उसे निकाल दिया जाएगा डेरे से,
क्योंकि डेरा जो हाँ। होता है हमारा पूजा पाठ करने के लिए होता है। डेरे में पूजा पाठ चलती है। कोई डेरा ऐसा नहीं कि जिस डेरे में हमारी भगवान की पूजा ना हो। हम सुबह उठते सार भगवान से यही मांगते हैं कि भगवान सबके लिए हरा भरा रख, सबको खुश रखो। ठीक ਤੇ है। ਹੁਣ ਕਿਤੇ ਨਾ ਕਿਤੇ ਹੁਣ ਤੁਹਾਨੂੰ ਐਦਾਂ ਦਾ ਫੀਲ ਹੁੰਦਾ, ਐਦਾਂ ਦਾ ਲੱਗਦਾ ਕਿ ਜਦੋਂ ਅਸੀਂ ਪਹਿਲਾਂ ਲੋਕਾਂ ਦੇ ਘਰ ਜਾਂਦੇ ਸੀਗੇ ਤਾਂ ਕਿਤੇ ਨਾ ਕਿਤੇ ਇੱਕ ਵਾਰ ਦੇ ਵਿੱਚ ਹੀ 50,000 ਜਾਂ ਲੱਖ ਰੁਪਏ ਮਿਲ ਜਾਂਦਾ ਸੀਗਾ। ਹੁਣ ਹਰ ਮਹੀਨੇ ਦੀ ਇੱਕ ਤਨਖਾਹ ਹੈ, ਕਿਉਂਕਿ ਉਹ ਤਾਂ ਮੇਰੇ ਖਿਆਲ ਨਾਲ ਜੇ ਮਹੀਨੇ ਦੀ ਗੱਲ ਕਿਤੇ ਕਾਫੀ ਪੈਸੇ ਬਟੋਰ ਲੈਂਦੇ ਆ ਕਿੰਨਰ, ਤੇ ਇੱਥੇ ਮਹੀਨੇ ਬਾਅਦ ਤਨਖਾਹ ਆਉਂਦੀ ਹੈ ਤਾਂ ਲੱਗਦਾ ਕਿ ਉਹੀ ਕੰਮ ਠੀਕ ਸੀਗਾ। ਇੱਥੇ ਇੱਕ ਤਨਖਾਹ ਬੰਨੀ ਹੋਈ ਹੈ, ਉੱਥੇ ਸਾਨੂੰ ਜ਼ਿਆਦਾ ਪੈਸੇ ਮਿਲਦੇ ਸੀਗੇ। पहले बच्चे करते थे 5-6, जी। अब बच्चे करते 1 या 2। ਜੀ अब उसमें 50,000 कौन देगा? कोई 10,000 दे दिए, कोई 20,000 दे दिए, और उसके खर्चे हो गए ज़्यादा, तो फिर कहाँ से इतनी वो होगा? अच्छा, कई- इतनी जनता कहाँ से रहेगी उसमें? ਸਰਕਾਰ ਨੇ ਵੀ ਹੁਣ ਕਹਿਤਾ ਕਿ ਕਈ ਥਾਵਾਂ ਤੇ ਇਦਾਂ ਕਿ ਕਿੰਨਰਾਂ ਨੂੰ ਕੁਝ ਅਮਾਉਂਟ ਜਿਹੜੀ ਤੈਅ ਕੀਤੀ ਗਈ ਹੈ ਪੈਸੇ ਕੀ, ਇਸ ਤੋਂ ਜ਼ਿਆਦਾ ਇਹਨਾਂ ਨੂੰ ਪੈਸੇ ਨਹੀਂ ਦੇਣੇ। ਉਸ ਚੀਜ਼ ਨੂੰ ਕਿਵੇਂ ਦੇਖਦੇ तो फिर इतनी जनता रहेगी तो क्या खाएगी? हम तो ये कहते हैं सबको ड्यूटी दे, ਜੀ? अपना ड्यूटी पे खुश है। ਸਾਡੇ ਨਾਲ ਗੱਲਬਾਤ ਕਰਨਗੇ ਏਰੀਆ ਦੇ ਜਿਹੜੇ ਇੰਸਪੈਕਟਰ ਆ, ਉਹ ਵੀ ਸਾਡੇ ਨਾਲ ਮੌਜੂਦ ਨੇ। ਰਮਨ ਕਾਂਤ ਜੀ, ਰਮਨ ਕਾਂਤ ਜੀ, ਕਿਵੇਂ ਤੁਸੀਂ ਦੇਖਦੇ ਹੋ ਤੁਹਾਨੂੰ ਇਹ ਜ਼ੋਨ ਦਿੱਤਾ ਗਿਆ ਹੈ ਟਰਾਂਸਜੈਂਡਰ ਦੇ ਉੱਤੇ, ਤੁਸੀਂ ਡਿਊਟੀ ਦੇ ਰਹੇ ਹੋ ਇਹਨਾਂ ਨੂੰ, ਕਿਸ ਪ੍ਰਕਾਰ ਦੀ ਤੁਹਾਨੂੰ ਦਿੱਕਤਾਂ ਆਉਂਦੀਆਂ ਹੈ ਜਾਂ ਲੋਕ ਇਹਨਾਂ ਦੇ ਨਾਲ ਕਿਹੋ ਜਿਹਾ ਵਰਤਾਵ ਕਰਦੇ ਨੇ? ਜਿਸ ਤਰ੍ਹਾਂ ਕਿ ਮੈਂ ਦੱਸ ਸਕਦਾ ਕਿ ਮੇਰੇ ਕੋਲੇ ਟਰਾਂਸਜੈਂਡਰ ਜ਼ੋਨ ਹੈ, NAC ਜਿਹੜਾ ਪੂਰਾ ਹੈਗਾ ਏਰੀਆ, ਪੂਰਾ ਟਰਾਂਸਜੈਂਡਰ ਜ਼ੋਨ ਹੈ। ਇੱਥੇ ਜਿੰਨੇ ਵੀ ਵਰਕਰ ਹੈਗੇ ਹੈ ਬੜੀ ਲਗਨ ਦੇ ਨਾਲ ਕੰਮ ਕਰਦੇ ਨੇ, ਬਹੁਤ ਅੱਛਾ ਕੰਮ ਕਰਦੇ ਹੈ। ਇਹਨਾਂ ਦੀ ਕੋਈ ਕੰਪਲੇਂਟ ਅੱਜ ਤੱਕ ਮੈਨੂੰ ਤਾਂ ਆਈ ਨਹੀਂ ਵੀ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕਿਸੇ ਨੂੰ ਤੰਗ ਕੀਤਾ ਹੋਵੇ ਜਾਂ ਕੁਝ ਵੀ ਕੀਤਾ ਹੋਵੇ। ਇਹ ਵਧੀਆ ਕੰਮ ਕਰ ਰਹੇ ਹੈ। ਇਹ ਆਪਣੇ ਕਮਿਸ਼ਨਰ ਮੈਡਮ ਸੀਗੀ ਜੀ, ਅਨੰਤਰ ਮਿੱਤਰਾ ਜੀ ਸੀਗੇ, ਉਹਨਾਂ ਨੇ ਇੱਕ ਉਪਰਾਲਾ ਚਲਾਇਆ ਸੀ, ਟਰਾਂਸਜੈਂਡਰ ਜ਼ੋਨ ਬਣਾਤਾ ਸੀ ਪੂਰਾ, ਜਿਹਦੇ ਵਿੱਚ ਸਾਰੇ 9 ਤੋਂ 10 ਬੰਦੇ ਹੈਗੇ ਹੈ। ਇਹ ਆਪਣਾ ਕੰਮ ਬੜੇ ਤਰੀਕੇ ਨਾਲ ਕਰਦੇ ਹੈ। ਬਾਕੀ ਕਈ ਵਾਰੀ ਇਹਨਾਂ ਨੂੰ ਕੋਈ ਤਕਲੀਫ ਆਉਂਦੀ ਹੈ, ਇਹਨਾਂ ਨੂੰ ਕੋਈ ਤੰਗ ਕਰਦਾ ਹੈ ਜਾਂ ਕੁਝ ਕਹਿੰਦਾ ਹੈ ਇਹਨਾਂ ਨੂੰ, ਇਹ ਸਾਡੇ ਕੋਲ ਆਉਂਦੇ ਆ, ਅਸੀਂ ਇਹਨਾਂ ਕੋਲ ਆ ਕੇ ਖੜੇ ਹੁੰਦੇ ਆ, ਇਹਨਾਂ ਨੂੰ ਪੁੱਛਦੇ ਆ ਕੋਈ ਦੁੱਖ ਤਕਲੀਫ ਹੈ। ਇਹ ਮਤਲਬ ਲੋਕੀ ਤੰਗ ਕਰਦੇ ਆ, ਲੋਕੀ ਨਹੀਂ ਹਟਦੇ, ਬਲਕਿ ਇਹ ਵਧੀਆ ਕੰਮ ਕਰ ਰਹੇ ਆ। ਹੁਣ ਮੰਗਣ ਨਾਲੋਂ ਤੇ ਇੱਕ ਇੱਜ਼ਤ ਦੀ ਤਨਖਾਹ ਲੈ ਰਹੇ ਆ। ਇਹ ਬਹੁਤ ਜ਼ਰੂਰੀ ਹੈ ਇਹਨਾਂ ਵਾਸਤੇ ਵੀ, ਇਹਨਾਂ ਨੂੰ ਵੀ ਇੱਜ਼ਤ ਮਿਲਣੀ ਜ਼ਰੂਰੀ ਹੈ, ਕਿਉਂਕਿ ਵੀ ਇਹ ਸਮਾਜ ਦਾ ਹਿੱਸਾ ਨੇ ਆਪਣੇ। ਅੱਛਾ ਭਾਜੀ, ਇੱਕ ਮੇਰਾ ਸਵਾਲ ਹੈ ਕਿ ਜਿਵੇਂ ਇਹਨਾਂ ਦਾ ਆਪਾਂ ਉਹਨਾਂ ਨਾਲ ਹੁਣੀ ਗੱਲ ਕਰ ਰਹੇ ਸੀ, ਕਹਿੰਦੇ ਕਿ ਡੇਰੇ ਦੇ ਵਿੱਚ ਐਦਾਂ ਹੁੰਦਾ ਸੀਗਾ ਕਿ ਜਦੋਂ ਡੇਰੇ ਵਾਲੇ ਕਿਤੇ ਲੈ ਕੇ ਜਾਂਦੇ ਸੀ ਤਾਂ ਸੇਮ ਟਾਈਮ ਤੇ ਉਹ ਜਦੋਂ ਵੀ ਇਹਨਾਂ ਦਾ ਪ੍ਰੋਗਰਾਮ ਖਤਮ ਹੁੰਦਾ ਸੀ ਵਾਪਸ ਲਿਆਉਂਦੇ ਸੀਗੇ। ਇੱਥੇ ਬਈ ਓਪਨਲੀ ਕੰਮ ਕਰ ਰਹੇ ਨੇ, ਸੜਕਾਂ ਤੇ ਕੰਮ ਕਰ ਰਹੇ ਨੇ, ਮਿਹਨਤ ਕਰ ਰਹੇ ਨੇ, ਤੇ ਤੁਸੀਂ ਇਹਨਾਂ ਦੇ ਇੰਸਪੈਕਟਰ ਹੋ, ਤੁਸੀਂ ਤੁਹਾਡੇ ਅੰਡਰ ਹੀ ਰਹਿ ਗਏ। ਤੁਹਾਨੂੰ ਲੱਗਦਾ ਕਦੀ ਕੋਈ ਇਦਾਂ ਦੀ ਕੰਪਲੇਂਟ ਆਈ ਹੈ ਕਿ ਕੋਈ ਬੰਦਾ ਇਹਨਾਂ ਨਾਲ ਬਦਸਲੂਕੀ ਕਰ ਰਿਹਾ, ਬਦਤਮੀਜ਼ੀ ਕਰ ਰਿਹਾ, ਉਹਨੂੰ ਕਿ ਤੁਸੀਂ ਕਿਵੇਂ ਹੈਂਡਲ ਕਰਦੇ ਹੋ? ਮਤਲਬ ਜਿੱਦਾਂ ਵੀ ਕੋਈ ਮਤਲਬ ਇਸ ਤਰ੍ਹਾਂ ਦੀ ਕੋਈ ਆਂਦੀ ਹੈ ਸਾਡੇ ਕੋਲ ਕੰਪਲੇਂਟ, ਤਾਂ ਅਸੀਂ ਉਹਨਾਂ ਨੂੰ ਫਿਰ ਇਮੀਡੀਏਟ ਐਕਸ਼ਨ ਲੈਂਦੇ ਆ ਉਹਦੇ ਬੰਦੇ ਤੇ, ਉਹਦੇ ਫਿਰ ਆਪਾਂ FIR ਵੀ ਕਰਾ ਦਿੰਦੇ ਆ ਜੇ ਕੋਈ ਇਹਨਾਂ ਨੂੰ ਤੰਗ ਕਰੇ ਤਾਂ। ਫਿਲਹਾਲ ਇੱਕ ਦੋ ਛੋਟੀ ਮੋਟੀ ਕੰਪਲੇਂਟ ਆਈ ਹੈ, ਉਹਨਾਂ ਨੂੰ ਅਸੀਂ ਹੈਂਡਲ ਆਪਣੇ ਲੈਵਲ ਤੇ ਹੀ ਕਰ ਲਿਆ। ਕੋਈ ਜੇ ਜ਼ਿਆਦਾ ਤੰਗ ਕਰੇਗਾ ਅਸੀਂ ਇਹਨਾਂ ਦੇ ਨਾਲ ਹੈ, ਕਿਉਂਕਿ ਸਾਡੇ ਵੱਲੋਂ ਕਮਿਸ਼ਨਰ ਮੈਡਮ ਵੱਲੋਂ ਹੁਣ ਤਾਂ ਮੈਡਮ ਰਿਲੀਵ ਹੋ ਗਏ ਨੇ, ਬਟ ਮੈਡਮ ਬਹੁਤ ਅੱਛਾ ਉਪਰਾਲਾ ਇਹਨਾਂ ਲਈ ਕਰਕੇ ਗਏ ਆ। ਅਸੀਂ ਤਾਂ ਇਹ ਕਹਿੰਦੇ ਵੀ ਇਹ ਸਾਰੇ ਅੱਗੇ ਆਉਣ। ਠੀਕ ਹੈ ਜੀ, ਅੱਗੇ ਇਹਨਾਂ ਵਾਸਤੇ ਹਮੇਸ਼ਾ ਖੜੇ ਆ, ਜਦੋਂ ਵੀ ਇਹ ਬੁਲਾਣਗੇ ਇਹਨਾਂ ਵਾਸਤੇ ਹਮੇਸ਼ਾ ਤਿਆਰ ਖੜੇ ਆ। ਬਹੁਤ ਬਹੁਤ ਧੰਨਵਾਦ। ਕੈਮਰਾਮੈਨ ਆਸ਼ੂ ਦੇ ਨਾਲ ਮੈਂ ਸ਼ਾਂਕਲੇਰ, ਪੰਜਾਬ ਪੋਸਟ ਚੈਨਲ, ਚੰਡੀਗੜ੍ਹ।